ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੇ ਕਦੇ ਆਪਣੇ ਅੰਦਰ ਦੇ ਕਲਾਕਾਰ ਨੂੰ ਡਿਜੀਟਲ ਦੁਨੀਆ ਵਿੱਚ ਲਿਆਉਣ ਦਾ ਸੋਚਿਆ ਹੈ ਤਾਂ ਅੱਜ ਉਹ ਦਿਨ ਹੈ। ਆਪਾਂ ਗੱਲ ਕਰਾਂਗੇ ਟੈਕਸ ਪੇਂਟ ਦੀ, ਜੋ ਕਿ ਇੱਕ ਬਹੁਤ ਹੀ ਮਜ਼ੇਦਾਰ ਤੇ ਰਚਨਾਤਮਕ ਪ੍ਰੋਗਰਾਮ ਹੈ। ਚਲੋ ਸ਼ੁਰੂ ਕਰਦੇ ਹਾਂ। ਤਾਂ ਫਿਰ ਕੀ ਰਚਨਾਤਮਕਤਾ ਦੀ ਉਹ ਚੰਗਿਆੜੀ ਮਹਿਸੂਸ ਹੋ ਰਹੀ ਹੈ? ਜੇ ਇੱਕ ਖਾਲੀ ਕੈਨਵਸ ਨੂੰ ਕਲਾ ਦੇ ਇੱਕ ਨਮੂਨੇ ਵਿੱਚ ਬਦਲਣ ਦਾ ਇਰਾਦਾ ਹੈ ਤਾਂ ਬਿਲਕੁਲ ਸਹੀ ਥਾਂ ਤੇ ਪਹੁੰਚੇ ਹਾਂ। ਚਲੋ ਆਪਣੇ ਕਲਾਤਮਕ ਸਫ਼ਰ ਦੀ ਸ਼ੁਰੂਆਤ ਕਰੀਏ। ਦੇਖੋ, ਹਰ ਮਹਾਨ ਕਲਾਕਾਰ ਆਪਣੇ ਔਜ਼ਾਰਾਂ ਦਾ ਮਾਹਿਰ ਹੁੰਦਾ ਹੈ ਤੇ ਆਪਣੀ ਸ਼ੁਰੂਆਤ ਵੀ ਇੱਥੋਂ ਹੀ ਹੋਵੇਗੀ। ਇਸ ਪਹਿਲੇ ਹਿੱਸੇ ਵਿੱਚ ਆਪਾਂ ਟੈਕਸ ਪੇਂਟ ਦੀ ਬੇਸਿਕ ਡਰਾਇੰਗ ਟੂਲਕਿਟ ਨੂੰ ਸਮਝਾਂਗੇ। ਆਪਾਂ ਸਿੱਖਾਂਗੇ ਕਿ ਕਿਵੇਂ ਆਜ਼ਾਦ ਹੱਥਾਂ ਨਾਲ ਬਣਾਈਆਂ ਲਕੀਰਾਂ ਤੋਂ ਲੈ ਕੇ ਬਿਲਕੁਲ ਸਹੀ ਜਿਓਮੈਟ੍ਰਿਕ ਆਕਾਰਾਂ ਤੱਕ ਪਹੁੰਚਣਾ ਹੈ, ਜੋ ਕਿ ਸਾਡੀ ਕਲਪਨਾ ਦੀ ਹਰ ਰਚਨਾ ਦਾ ਆਧਾਰ ਬਣਨਗੇ। ਅੱਛਾ, ਤਾਂ ਚਲੋ ਇੱਕ ਛੋਟੀ ਜਿਹੀ ਚੁਣੌਤੀ ਨਾਲ ਸ਼ੁਰੂ ਕਰਦੇ ਹਾਂ। ਸੋਚੋ ਕਿ ਇਸ ਤਰ੍ਹਾਂ ਡਰਾ ਕਰਨਾ ਹੈ ਜਿਵੇਂ ਹੱਥ ਵਿੱਚ ਇੱਕ ਪੇਂਟ ਬ੍ਰਸ਼ ਹੋਵੇ, ਮਤਲਬ ਪੂਰੀ ਆਜ਼ਾਦੀ ਨਾਲ। ਕੀ ਲੱਗਦਾ ਹੈ ਇਸ ਕੰਮ ਲਈ ਟੈਕਸ ਪੇਂਟ ਦਾ ਕਿਹੜਾ ਟੂਲ ਵਰਤਿਆ ਜਾਵੇਗਾ? ਬਿਲਕੁਲ ਸਹੀ। ਜੇ ਪੇਂਟ ਟੂਲ ਦਾ ਖਿਆਲ ਆਇਆ ਹੈ ਤਾਂ ਜਵਾਬ ਬਿਲਕੁਲ ਸਹੀ ਹੈ। ਇਹ ਆਪਣਾ ਡਿਜੀਟਲ ਪੇਂਟ ਬ੍ਰਸ਼ ਹੈ। ਇਹ ਲਕੀਰਾਂ, ਘੁਮਾਅ ਅਤੇ ਉਹ ਸਭ ਕੁਝ ਬਣਾਉਣ ਦੀ ਆਜ਼ਾਦੀ ਦਿੰਦਾ ਹੈ ਜੋ ਮਨ ਵਿੱਚ ਆਉਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਅਸਲੀ ਕੈਨਵਸ ਤੇ ਪੇਂਟਿੰਗ ਕਰ ਰਹੇ ਹੋਈਏ। ਠੀਕ ਹੈ, ਅੱਗੇ ਵਧਦੇ ਹਾਂ। ਕੀ ਪੇਂਟ ਟੂਲ, ਜੋ ਫ੍ਰੀ ਹੈਂਡ ਡਰਾਇੰਗ ਲਈ ਇੰਨਾ ਵਧੀਆ ਹੈ, ਇੱਕਦਮ ਸਿੱਧੀਆਂ ਲਾਈਨਾਂ ਖਿੱਚਣ ਲਈ ਵੀ ਸਭ ਤੋਂ ਵਧੀਆ ਵਿਕਲਪ ਹੈ? ਇਹ ਨਾ ਇੱਕ ਬਹੁਤ ਹੀ ਆਮ ਭੁਲੇਖਾ ਹੈ। ਇਸ ਬਾਰੇ ਕੀ ਵਿਚਾਰ ਹੈ? दरअसल ये गलत है। देखो, कोशिश तो की जा सकती है, पर हाथ नाल बिल्कुल सीधी लाइन बनाना लगभग असंभव है। इसीलिए तो टक्स पेंट कोल एक खास टूल है, लाइन्स टूल। ਤਾਂ ਫਿਰ ਮੋਟੀ-ਮੋਟੀ ਗੱਲ ਇਹ ਯਾਦ ਰੱਖਣੀ ਹੈ, ਫ੍ਰੀ ਹੈਂਡ ਕੰਮ ਲਈ ਪੇਂਟ ਟੂਲ ਤੇ ਜਿਓਮੈਟ੍ਰਿਕ ਸ਼ੁੱਧਤਾ ਲਈ ਲਾਈਨਸ ਟੂਲ। ਠੀਕ ਹੈ, ਹੁਣ ਆਪਾਂ ਲਾਈਨਾਂ ਬਣਾਉਣੀਆਂ ਜਾਣਗੇ। ਪਰ ਜੇ ਆਪਣੀ ਕਲਾ ਨੂੰ ਇੱਕ ਸੰਪੂਰਨ ਚੱਕਰ ਜਾਂ ਬਿਲਕੁਲ ਸਹੀ ਕੋਨਿਆਂ ਵਾਲੇ ਵਰਗ ਦੀ ਲੋੜ ਹੋਵੇ ਤਾਂ ਹਾਂ, ਇਸ ਦੇ ਲਈ ਵੀ ਇੱਕ ਖਾਸ ਟੂਲ ਮੌਜੂਦ ਹੈ। ਕੋਈ ਅੰਦਾਜ਼ਾ ਹੈ ਕਿਹੜਾ ਹੋ ਸਕਦਾ ਹੈ? ਬਿਲਕੁਲ ਸਹੀ, ਇਹ ਹੈ ਸ਼ੇਪਸ ਟੂਲ। ਇਸ ਨਾਲ ਬਿਨਾਂ ਕਿਸੇ ਮਿਹਨਤ ਦੇ ਚੱਕਰ, ਵਰਗ, ਤਿਕੋਣ ਅਤੇ ਹੋਰ ਬਹੁਤ ਸਾਰੀਆਂ ਪਹਿਲਾਂ ਤੋਂ ਬਣੀਆਂ ਸ਼ੇਪਸ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ। ਅਤੇ ਸਭ ਤੋਂ ਵਧੀਆ ਗੱਲ, ਇਹ ਆਪਸ਼ਨ ਵੀ ਮਿਲਦਾ ਹੈ ਕਿ ਆਕਾਰ ਨੂੰ ਰੰਗ ਨਾਲ ਭਰਨਾ ਹੈ ਜਾਂ ਸਿਰਫ ਉਸ ਦੀ ਬਾਹਰੀ ਰੇਖਾ ਬਣਾਉਣੀ ਹੈ। ਚਲੋ ਹੁਣ ਮੁੱਢਲੀਆਂ ਲਕੀਰਾਂ ਅਤੇ ਆਕਾਰਾਂ ਤੋਂ ਅੱਗੇ ਵਧਦੇ ਹਾਂ। ਹੁਣ ਸਮਾਂ ਹੈ ਆਪਣੀਆਂ ਰਚਨਾਵਾਂ ਨੂੰ ਅਗਲੇ ਲੈਵਲ ਤੇ ਲੈ ਕੇ ਜਾਣ ਦਾ। ਇਸ ਹਿੱਸੇ ਵਿੱਚ ਆਪਾਂ ਸਿੱਖਾਂਗੇ ਕਿ ਕਿਵੇਂ ਟੈਕਸਟ ਜੋੜ ਕੇ ਅਤੇ ਟੈਕਸ ਪੇਂਟ ਦੀ ਪਹਿਲਾਂ ਤੋਂ ਬਣੀਆਂ ਤਸਵੀਰਾਂ ਦੀ ਲਾਇਬ੍ਰੇਰੀ ਵਰਤ ਕੇ ਆਪਣੇ ਚਿੱਤਰਾਂ ਨੂੰ ਹੋਰ ਵੀ ਵਧੀਆ ਬਣਾਇਆ ਜਾ ਸਕਦਾ ਹੈ। ਮੰਨ ਲਓ ਆਪਣੀ ਕਲਾਕਾਰੀ ਤੇ ਦਸਤਖਤ ਕਰਨੇ ਹੋਣ ਜਾਂ ਕੋਈ ਸਿਰਲੇਖ ਜੋੜਨਾ ਹੋਵੇ। ਟੈਕਸ ਪੇਂਟ ਇਸ ਦੇ ਲਈ ਦੋ ਟੂਲ ਦਿੰਦਾ ਹੈ, ਟੈਕਸਟ ਅਤੇ ਲੇਬਲ। ਤਾਂ ਕੀ ਲੱਗਦਾ ਹੈ, ਇਹਨਾਂ ਵਿੱਚੋਂ ਸਿਰਫ ਇੱਕ ਹੀ ਕੰਮ ਕਰਦਾ ਹੈ ਜਾਂ ਸ਼ਾਇਦ ਦੋਵੇਂ? ਸਹੀ ਜਵਾਬ ਹੈ ਕਿ ਦੋਵੇਂ ਟੂਲ ਹੀ ਟੈਕਸਟ ਜੋੜਨ ਲਈ ਵਰਤੇ ਜਾਂਦੇ ਹਨ। ਪਰ ਇੱਥੇ ਇੱਕ ਬਹੁਤ ਜ਼ਰੂਰੀ ਫਰਕ ਹੈ। ਜਿਵੇਂ ਇਸ ਟੇਬਲ ਵਿੱਚ ਸਾਫ਼-ਸਾਫ਼ ਦਿਸ ਰਿਹਾ ਹੈ, ਟੈਕਸਟ ਟੂਲ ਨਾਲ ਲਿਖਿਆ ਟੈਕਸਟ ਪੱਕਾ ਹੋ ਜਾਂਦਾ ਹੈ, ਉਸ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ। ਦੂਜੇ ਪਾਸੇ ਲੇਬਲ ਟੂਲ ਨਾਲ ਲਿਖੇ ਨੂੰ ਕਿਸੇ ਵੀ ਸਮੇਂ ਬਦਲਣ ਦੀ ਆਜ਼ਾਦੀ ਹੁੰਦੀ ਹੈ। ਸਹੀ ਟੂਲ ਦੀ ਚੋਣ ਬਾਅਦ ਦੀ ਸਿਰਦਰਦੀ ਤੋਂ ਬਚਾਏਗੀ। ਚਲੋ ਹੁਣ ਕੁਝ ਸੱਚਮੁੱਚ ਮਜ਼ੇਦਾਰ ਕਰੀਏ। ਇੱਕ ਅਜਿਹਾ ਟੂਲ ਹੈ ਜੋ ਰਬੜ ਦੀਆਂ ਮੋਹਰਾਂ ਦੇ ਸੈੱਟ ਵਾਂਗ ਕੰਮ ਕਰਦਾ ਹੈ, ਜਾਂ ਹੋਰ ਕੀ ਹੋ ਸਕਦਾ ਹੈ? ਇਸ ਨਾਲ ਸਿਰਫ ਇੱਕ ਕਲਿੱਕ ਕਰਕੇ ਆਪਣੀ ਡਰਾਇੰਗ ਵਿੱਚ ਪਹਿਲਾਂ ਤੋਂ ਬਣੀਆਂ ਤਸਵੀਰਾਂ ਜੋੜੀਆਂ ਜਾ ਸਕਦੀਆਂ ਹਨ। ਜਵਾਬ ਹੈ ਸਟਿੱਕਰ, ਸਟੈਂਪ ਟੂਲ। ਸਮਝੋ ਇੱਕ ਬੇਅੰਤ ਡਿਜੀਟਲ ਸਟਿੱਕਰ ਕਿਤਾਬ ਵਾਂਗ ਹੈ। ਇਸ ਦੇ ਨਾਲ ਫੁੱਲਾਂ ਅਤੇ ਜਾਨਵਰਾਂ ਤੋਂ ਲੈ ਕੇ ਗ੍ਰਹਿਾਂ ਤੱਕ ਹਰ ਤਰ੍ਹਾਂ ਦੀਆਂ ਤਿਆਰ-ਬਰ-ਤਿਆਰ ਤਸਵੀਰਾਂ ਨਾਲ ਆਪਣੀਆਂ ਰਚਨਾਵਾਂ ਨੂੰ ਸਜਾਇਆ ਜਾ ਸਕਦਾ ਹੈ। ਪਰ ਜਾਦੂ ਇੱਥੇ ਹੀ ਖਤਮ ਨਹੀਂ ਹੁੰਦਾ। ਇਹ ਟੂਲ ਆਪਣੇ ਸਟਿੱਕਰਾਂ ਤੇ ਪੂਰਾ ਕੰਟਰੋਲ ਦਿੰਦਾ ਹੈ। ਇੱਕ ਚਿੱਤਰ ਨੂੰ ਛਾਪਣ ਤੋਂ ਪਹਿਲਾਂ ਉਸ ਨੂੰ ਸ਼ੀਸ਼ੇ ਵਾਂਗੂ ਉਲਟਾਇਆ ਜਾ ਸਕਦਾ ਹੈ, ਘੁਮਾਇਆ ਜਾ ਸਕਦਾ ਹੈ, ਪੁੱਠਾ ਕੀਤਾ ਜਾ ਸਕਦਾ ਹੈ, ਜਾਂ ਉਸ ਦੇ ਆਕਾਰ ਨੂੰ ਵੀ ਬਦਲਿਆ ਜਾ ਸਕਦਾ ਹੈ ਤਾਂ ਜੋ ਉਹ ਰਚਨਾ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਜਾਵੇ। ਇੱਕ ਸੱਚਾ ਕਲਾਕਾਰ ਸਿਰਫ ਪ੍ਰਤਿਭਾਸ਼ਾਲੀ ਹੀ ਨਹੀਂ, ਸਗੋਂ ਕੰਮ ਵਿੱਚ ਕੁਸ਼ਲ ਵੀ ਹੁੰਦਾ ਹੈ। ਇਸ ਭਾਗ ਵਿੱਚ ਆਪਾਂ ਸਖਤ ਮਿਹਨਤ ਦੀ ਬਜਾਏ ਸਮਾਰਟ ਤਰੀਕੇ ਨਾਲ ਕੰਮ ਕਰਨਾ ਸਿੱਖਾਂਗੇ। ਆਪਾਂ ਦੇਖਾਂਗੇ ਕਿ ਕਿਵੇਂ ਇੱਕ ਕਲਿੱਕ ਨਾਲ ਵੱਡੇ ਖੇਤਰਾਂ ਨੂੰ ਰੰਗ ਨਾਲ ਭਰਨਾ ਹੈ ਅਤੇ ਉਹ ਕੀਬੋਰਡ ਸ਼ਾਰਟਕਟ ਸਿੱਖਾਂਗੇ ਜੋ ਸਾਡਾ ਕੀਮਤੀ ਸਮਾਂ ਬਚਾਉਣਗੇ।
ਮੰਨ ਲਓ ਇੱਕ ਸੂਰਜ ਦੀ ਬਾਹਰੀ ਰੇਖਾ ਬਣਾਈ ਹੈ ਤੇ ਹੁਣ ਉਸ ਨੂੰ ਰੰਗ ਨਾਲ ਭਰਨਾ ਹੈ। ਫਿਲ ਟੂਲ ਦੀ ਵਰਤੋਂ ਹੋਵੇਗੀ, ਪਰ ਇੱਕ ਸਾਧਾਰਨ ਰੰਗ ਤੋਂ ਇਲਾਵਾ ਇਹ ਟੂਲ ਗ੍ਰੇਡੀਐਂਟ ਸਟਾਈਲ ਵੀ ਦਿੰਦਾ ਹੈ। ਤਾਂ ਫਿਰ ਇਹਨਾਂ ਵਿਕਲਪਾਂ ਵਿੱਚੋਂ ਕੀ ਲੱਗਦਾ ਹੈ, ਕਿਹੜਾ ਫਿਲ ਸਟਾਈਲ ਉਪਲਬਧ ਹੈ? ਲਾਈਨਸ, ਲੀਨੀਅਰ ਜਾਂ ਵਰਬ? ਸਹੀ ਜਵਾਬ ਹੈ ਲੀਨੀਅਰ। ਹਾਂਜੀ, ਫਿਲ ਟੂਲ ਜਿੰਨਾ ਦਿਸਦਾ ਹੈ ਉਸ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਹੈ। ਇਸ ਨਾਲ ਸਿਰਫ ਠੋਸ ਰੰਗ ਹੀ ਨਹੀਂ, ਸਗੋਂ ਮੁਲਾਇਮ ਗ੍ਰੇਡੀਐਂਟ ਵੀ ਬਣਾਏ ਜਾ ਸਕਦੇ ਹਨ। ਸਾਡੇ ਕੋਲ ਲੀਨੀਅਰ ਵਿਕਲਪ ਹੈ ਜੋ ਸਿੱਧੀ ਲਾਈਨ ਵਿੱਚ ਜਾਂਦਾ ਹੈ, ਅਤੇ ਰੇਡੀਅਲ ਵੀ, ਜੋ ਇੱਕ ਕੇਂਦਰੀ ਬਿੰਦੂ ਤੋਂ ਫੈਲਦਾ ਹੈ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਲਾਈਨਸ ਇੱਕ ਫਿਲ ਸਟਾਈਲ ਨਹੀਂ ਹੈ। ਜੇ ਕੰਮ ਦੀ ਸਪੀਡ ਵਧਾਉਣੀ ਹੈ ਅਤੇ ਇੱਕ ਅਸਲੀ ਪ੍ਰੋ ਵਾਂਗ ਕੰਮ ਕਰਨਾ ਹੈ ਤਾਂ ਫਿਰ ਕੀਬੋਰਡ ਸ਼ਾਰਟਕਟਾਂ ਵਿੱਚ ਮਹਾਰਤ ਹਾਸਲ ਕਰਨੀ ਪਵੇਗੀ। ਇਹੀ ਤੇਜ਼ੀ ਨਾਲ ਅਤੇ ਵਧੇਰੇ ਸੁਚਾਰੂ ਢੰਗ ਨਾਲ ਕੰਮ ਕਰਨ ਦਾ ਰਾਜ਼ ਹੈ। ਆਓ ਕੁਝ ਸਭ ਤੋਂ ਮਹੱਤਵਪੂਰਨ ਸ਼ਾਰਟਕਟਾਂ ਤੇ ਇੱਕ ਨਜ਼ਰ ਮਾਰੀਏ। ਆ ਕੁਝ ਸ਼ਾਰਟਕਟ ਹਨ ਜੋ ਸਭ ਤੋਂ ਵੱਧ ਵਰਤੇ ਜਾਣਗੇ। ਨਵਾਂ ਕੈਨਵਸ ਸ਼ੁਰੂ ਕਰਨ ਲਈ Ctrl+N, ਆਪਣਾ ਕੰਮ ਸੁਰੱਖਿਅਤ ਰੱਖਣ ਲਈ ਸਭ ਤੋਂ ਜ਼ਰੂਰੀ Ctrl+S, ਪੁਰਾਣਾ ਕੰਮ ਖੋਲ੍ਹਣ ਲਈ Ctrl+O ਅਤੇ ਪ੍ਰੋਗਰਾਮ ਬੰਦ ਕਰਨ ਲਈ Alt+F4। ਇਨ੍ਹਾਂ ਨਾਲ ਜਾਣ-ਪਹਿਚਾਣ ਕਰਨ ਨਾਲ ਬਹੁਤ ਫਰਕ ਪਵੇਗਾ। ਵਾਹ, ਆਪਾਂ ਬਹੁਤ ਕੁਝ ਸਿੱਖ ਲਿਆ ਹੈ, ਮੁੱਢਲੇ ਡਰਾਇੰਗ ਟੂਲਸ ਤੋਂ ਲੈ ਕੇ ਪ੍ਰੋਫੈਸ਼ਨਲਾਂ ਵਾਲੇ ਸ਼ਾਰਟਕਟਾਂ ਤੱਕ। ਹੁਣ ਸਮਾਂ ਹੈ ਇੱਕ ਤੇਜ਼ ਦੁਹਰਾਈ ਕਰਨ ਦਾ, ਤਾਂ ਜੋ ਕੁਝ ਵੀ ਸਿੱਖਿਆ ਹੈ ਉਹ ਪੱਕਾ ਹੋ ਜਾਵੇ। ਠੀਕ ਹੈ, ਚਲੋ ਫਟਾਫਟ ਦੁਹਰਾਈ ਕਰੀਏ। ਆਜ਼ਾਦੀ ਨਾਲ ਡਰਾ ਕਰਨ ਲਈ ਪੇਂਟ ਟੂਲ, ਸ਼ੁੱਧਤਾ ਲਈ ਲਾਈਨਸ ਅਤੇ ਸੰਪੂਰਨ ਆਕਾਰਾਂ ਲਈ ਸ਼ੇਪਸ। ਜੇ ਐਡਿਟ ਕਰਨ ਵਾਲਾ ਟੈਕਸਟ ਚਾਹੀਦਾ ਹੈ ਤਾਂ ਲੇਬਲ ਟੂਲ ਚੁਣੋ। ਭੁੱਲਣਾ ਨਹੀਂ, ਸਟੈਂਪਸ ਸ਼ਾਨਦਾਰ ਤਸਵੀਰਾਂ ਜੋੜਨ ਦਾ ਆਪਣਾ ਸ਼ਾਰਟਕਟ ਹਨ। ਅਤੇ ਸਭ ਤੋਂ ਜ਼ਰੂਰੀ ਸਲਾਹ, ਆਪਣੀ ਮਿਹਨਤ ਨੂੰ ਬਚਾਉਣ ਲਈ Ctrl+S ਦਬਾਉਂਦੇ ਰਹਿਣਾ। ਹੁਣ ਸਾਰੇ ਔਜ਼ਾਰ ਅਤੇ ਲੋੜੀਂਦਾ ਗਿਆਨ ਆਪਣੇ ਕੋਲ ਹੈ। ਸੰਭਾਵਨਾਵਾਂ ਸੱਚਮੁੱਚ ਬੇਅੰਤ ਹਨ। ਤਾਂ ਇੰਤਜ਼ਾਰ ਕਿਸ ਗੱਲ ਦਾ ਹੈ? ਟੈਕਸਟ ਖੋਲੋ, ਪ੍ਰਯੋਗ ਕਰੋ ਅਤੇ ਦੁਨੀਆ ਨੂੰ ਦਿਖਾਓ ਕਿ ਕਲਪਨਾ ਕੀ ਸਿਰਜ ਸਕਦੀ ਹੈ। ਇਸ ਰਚਨਾਤਮਕ ਸਫ਼ਰ ਵਿੱਚ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।